ਇਸ ਬਹਾਨੇ ਇੱਕ ਗੱਲ ਹੋਰ ਵੀ ਖਿਆਲ ਰੱਖਣ ਯੋਗ ਹੈ ਕਿ ਮੈਂ ਪੁਰਾਣੀ ਗੁਰੂ ਸਿੱਖ ਪਰੰਪਰਾ ਨੂੰ ਤੋੜ ਰਿਹਾ ਹਾਂ, ਕਿਉਂਕਿ ਉਹ ਬਹੁਤ ਜ਼ਿਆਦਾ ਮਲੀਨ ਹੋ ਚੁੱਕੀ ਹੈ। ਉਹ ਸਿਰਫ ਬਾਹਰੋਂ ਦਿਖਾਵਾ ਮਾਤਰ ਹੀ ਰਹਿ ਗਈ। ਮੈਂ ਅਕਸਰ ਦੇਖਿਆ ਹੈ ਨਾ ਵੀ ਜਿਨ੍ਹਾਂ ਨੇ ਗੁਰੂ ਧਾਰਨ ਕੀਤੇ ਹੋਏ ਹਨ ਉਹ ਬਾਹਰੋਂ ਹੀ ਰਹੁ ਰੀਤੀਆਂ ਨਿਭਾਉਂਦੇ ਆ। ਗੁਰਪੂਰਨਿਮਾ 'ਤੇ ਪੂਜਾ ਕਰ ਆਉਂਦੇ ਹਨ ਜਾਂ ਫੋਟੋ ਰੱਖ ਕੇ ਧੂਪ ਥਕਾ ਦਿੰਦੇ ਹਨ ਅਤੇ ਬਾਹਰੋਂ ਹੀ ਉਹਨਾਂ ਦਾ ਸੰਬੰਧ ਬਣਿਆ ਰਹਿੰਦਾ ਹੈ ਜੈਸਾ ਸੰਸਾਰਿਕ ਹੈ। ਗੁਰੂ ਵੀ ਸੰਸਾਰਿਕ ਹੀ ਹਨ। ਉਹਨਾਂ ਦੇ ਸੰਸਾਰਿਕ ਕਾਜ ਵਿਹਾਰ ਜਿਹੜੇ ਹਨ ਉਹ ਪੂਰੇ ਹੁੰਦੇ ਰਹਿੰਦੇ ਹਨ। ਤੋ ਸਿੱਖਾਂ ਦੇ ਸੰਸਾਰਿਕ ਵਿਵਹਾਰ ਜਿਹੜੇ ਹਨ ਉਹ ਪੂਰੇ ਕਰਦੇ ਰਹਿੰਦੇ ਹਨ। ਅਤੇ ਗੁਰੂ ਸਿੱਖ ਦਾ ਸੰਬੰਧ ਬਾਹਰੇ ਨਹੀਂ ਸੀ ਵੀ ਬਾਹਰੋਂ ਕਿਸੇ ਨੇ ਗੁਰੂ ਧਾਰਨ ਕਰ ਲਿਆ। ਬਹੁਤ ਢੰਗ ਹਨ, ਲੋਕ ਕਰ ਲੈਂਦੇ ਹਨ। ਕਿਸੇ ਨੇ ਮੰਤਰ ਦੇ ਦਿੱਤਾ, ਕਿਸੇ ਨੇ ਚਰਨ ਪੈਰ ਧੋ ਕੇ ਪਿਆ, ਅਤੇ ਕਿਸੇ ਨੇ ਕੋਈ ਪਾਣੀ 'ਚ ਮੰਤਰ ਕਰਕੇ ਦੇ ਦਿੱਤਾ। ਬਹੁਤ ਢੰਗ ਨਾਲ ਦਿੰਦੇ ਹਨ ਬਾਹਰ, ਅਤੇ ਗੁਰੂ ਬਣ ਬੈਠੇ, ਉਹ ਸਿੱਖ ਬਣ ਬੈਠੇ। ਉਹ ਫਿਰ ਸਾਰੀ ਜ਼ਿੰਦਗੀ ਪਰੰਪਰਾ ਨਿਭਾਉਂਦੇ ਆ। ਫਿਰ ਸੋਚਦੇ ਰਹਿੰਦੇ ਹਨ ਵੀ ਹੁਣ ਗੁਰੂ ਧਾਰਨ ਕਰ ਲਿਆ, ਸਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ, ਹੁਣ ਗੁਰੂ ਜਾਣੇ, ਆਪਾਂ ਮਜ਼ੇ ਲਓ। ਹੁਣ ਗੁਰੂ ਦੀ ਜ਼ਿੰਮੇਵਾਰੀ ਹੋ ਗਈ ਨਾ, ਧਾਰਨ ਕਰ ਲਿਆ। ਅਤੇ ਬਾਹਰੇ ਰਹੁ ਰੀਤੀਆਂ ਨਿਭਾਉਂਦੇ ਰਹਿੰਦੇ ਹਨ ਗੁਰੂ ਸਿੱਖ। ਅਤੇ ਮੈਂ ਦੇਖਿਆ ਹੈ ਵੀ ਬਿਲਕੁਲ ਝੂਠ ਹੋ ਗਿਆ ਹੈ ਇਹ ਜੋ ਗੁਰੂ ਸਿੱਖ ਦਾ ਸੰਬੰਧ ਸੀ। ਇਹ ਹੈਗਾ ਹੈ ਆਂਤਰਿਕ, ਅਤੇ ਮੈਂ ਚਾਹੁੰਦਾ ਹਾਂ ਵੀ ਬਾਹਰੀ ਬਿਲਕੁਲ ਨਾ ਹੋਵੇ, ਸਿਰਫ ਆਂਤਰਿਕ ਹੀ ਹੋਵੇ। ਬਾਹਰੀ ਦੀ ਕੋਈ ਲੋੜ ਨਹੀਂ ਹੈ। ਖਿਆਲ ਵਿੱਚ ਰੱਖੋ ਵੀ ਤੁਸੀਂ ਐਡੀ ਦੂਰ ਆਓ, ਆਣ ਕੇ ਇੱਥੇ ਪੂਜਾ ਕਰੋ। ਮੈਨੂੰ ਕਾਹਨੂੰ ਚੱਕਰਾਂ 'ਚ ਪਾਉਂਦੇ ਹੋ ਤੁਸੀਂ? ਨਾ ਮੈਨੂੰ ਚੱਕਰਾਂ 'ਚ ਪਾਓ, ਨਾ ਮੈਂ ਤੁਹਾਨੂੰ ਚੱਕਰਾਂ 'ਚ ਪਾਉਣਾ ਹਾਂ। ਬਾਹਰੋਂ ਤੁਸੀਂ ਅਗਰ ਦੂਰ ਹੋ ਨਾ, ਅਤੇ ਅੰਤਰੀਵ ਸੰਬੰਧ ਦੂਰੋਂ ਵੀ ਹੋ ਸਕਦਾ ਹੈ। ਬਾਹਰੋਂ ਤਾਂ ਨਹੀਂ ਦੂਰੋਂ ਹੋ ਸਕਦਾ, ਬਾਹਰੋਂ ਤਾਂ ਕੋਲ ਆਉਣਾ ਪਵੇਗਾ, ਪਰ ਅੰਦਰੋਂ ਤਾਂ ਹੋ ਹੀ ਸਕਦਾ ਹੈ ਨਾ। ਅੰਦਰ ਦੂਰ ਥੋੜ੍ਹੀ ਹੋ ਤੁਸੀਂ ਮੇਰੇ, ਅੰਦਰ ਤਾਂ ਕੋਲੇ ਹੀ ਹੋ ਮੇਰੇ। ਅਤੇ ਇਸ ਕਰਕੇ ਜੋ ਅੰਦਰੋਂ ਸੰਬੰਧ ਹੋ ਗਿਆ ਫਿਰ ਕਿੱਥੇ ਦੂਰੀ ਰਹਿ ਗਈ। ਬਾਹਰੋਂ ਅਗਰ ਕੋਈ ਕੋਲ ਵੀ ਹੋਵੇ ਅਤੇ ਮੁੱਖ ਮੋੜ ਕੇ ਬੈਠਾ ਹੋਵੇ, ਮਨ ਉਲਟਾ ਹੋਵੇ, ਉਲਟੇ ਪਾਸੇ ਨੂੰ, ਅਤੇ ਉਹ ਦੂਰ ਹੋ ਗਿਆ ਨਾ, ਨੈਗੇਟਿਵ ਹੋ ਗਿਆ, ਦੂਰ ਹੋ ਗਿਆ। ਅਗਰ ਪੋਜੀਟਿਵ ਹੈ ਅਤੇ ਦੂਰ ਹੈ ਸਰੀਰ ਕਰਕੇ ਤਾਂ ਵੀ ਨੇੜੇ ਹੋ ਗਏ। ਅਤੇ ਅੰਦਰੋਂ ਸੰਬੰਧ ਤੁਹਾਡਾ ਹਾਰ ਦੇਖੋ, ਜਿੰਨਾ ਬਣਦਾ ਗਿਆ ਤੁਸੀਂ ਨੇੜੇ ਹੁੰਦੇ ਜਾਣਾ। ਜਿੰਨੇ ਤੁਸੀਂ ਦੂਰੋਂ ਹੀ ਝੁਕਦੇ ਗਏ, ਨੇੜੇ ਆਣ ਕੇ ਵੀ ਝੁਕਣ ਦੀ ਲੋੜ ਨਹੀਂ ਹੈ। ਨੇੜੇ ਆਣ ਕੇ ਵੀ ਝੁਕਣ ਦੀ ਲੋੜ ਨਹੀਂ ਹੈ। ਕਈ ਤਾਂ ਉੱਪਰੋਂ ਹੀ ਝੁਕਦੇ ਹਨ। ਉੱਪਰੋਂ ਝੁਕਣ ਦੇ ਕਿਆ ਫਾਇਦਾ ਹੋਵੇ? ਅੰਦਰੋਂ ਝੁਕਣਾ ਹੈ, ਅਤੇ ਅੰਦਰੋਂ ਤਾਂ ਦੂਰੋਂ ਵੀ ਝੁਕਿਆ ਜਾ ਸਕਦਾ ਹੈ ਨਾ। ਉੱਪਰ ਝੁਕਣਾ ਹੋਵੇ ਤਾਂ ਨੇੜੇ ਆਉਣਾ ਪਵੇਗਾ, ਦਿਖਾਉਣਾ ਪਵੇਗਾ, ਇਹ ਦੇਖੋ ਮੈਂ ਕਿੰਨਾ ਝੁਕਦਾ।
ਪਰ ਜਿੰਦਾ ਵਾਸਤਵਿਕ ਦੇ ਵਿੱਚ ਅੰਦਰੋਂ ਝੁਕਦਾ ਹੈ ਤੇ ਦੂਰੋਂ ਵੀ ਝੁਕ ਜਾਂਦਾ, ਤੇ ਦੂਰੋਂ ਝੁਕ ਗਿਆ ਜਿਹੜਾ ਉਹਨੂੰ ਮਿਲ ਗਿਆ, ਝੁਕਿਆ ਹੀ ਮਿਲ ਜਾਂਦਾ ਹੈ। ਗੁਰੂ ਝੁਕਣ ਦੀ ਕਲਾ ਸਿਖਾਉਂਦਾ ਹੈ। ਝੁਕਣਾ ਕੀ ਹੈ? ਥੋੜ੍ਹਾ ਜਿਹਾ ਇੱਕ ਪੁਰਾਣੀ ਕਹਾਣੀ ਹੈ, ਉਹਦੇ ਦੁਆਰਾ ਸਮਝੋ। ਕਹਿੰਦੇ ਹਨ ਵੀ ਵਸ਼ਿਸ਼ਟ ਬ੍ਰਹਮ ਰਿਸ਼ੀ ਸਨ, ਤੋ ਵਿਸ਼ਵਾਮਿੱਤਰ ਨੂੰ ਰਾਜ ਰਿਸ਼ੀ ਕਹਿੰਦੇ ਸਨ, ਕਿਉਂਕਿ ਵਿਸ਼ਵਾਮਿੱਤਰ ਜੀ ਰਾਜੇ ਦੇ ਗੁਰੂ ਸਨ। ਅਤੇ ਜਿਹੜਾ ਰਾਜੇ ਦਾ ਗੁਰੂ ਹੋਵੇ ਉਹ ਰਾਜਨੀਤਿਕ ਹੀ ਹੋਵੇਗਾ। ਰਾਜਨੀਤਿਕ ਦਾ ਗੁਰੂ ਸਮਝ ਲਓ ਤੁਸੀਂ, ਰਾਜਨੀਤਿਕ ਹੀ ਹੋਵੇਗਾ ਨਾ। ਅਤੇ ਰਾਜਿਆਂ ਦਾ ਗੁਰੂ ਸੀ, ਅਤੇ ਇਸ ਕਾਰਨ ਵਸ਼ਿਸ਼ਟ ਜੀ ਉਹਨੂੰ ਰਾਜ ਗੁਰੂ ਕਹਿੰਦੇ ਸਨ। ਪਰ ਵਿਸ਼ਵਾਮਿੱਤਰ ਨੂੰ ਬੜੀ ਇਸ ਗੱਲ 'ਤੇ ਨਫ਼ਰਤ ਸੀ, ਈਰਖਾ ਸੀ, ਕਿਉਂਕਿ ਉਹ ਲੈਵਲ ਜਿਹੜਾ ਨੀਵਾਂ ਸੀ। ਰਾਜ ਰਿਸ਼ੀ ਕਹਿਤਾ, ਬ੍ਰਹਮ ਰਿਸ਼ੀ ਦਾ ਭਾਵ ਹੁੰਦਾ ਵੀ ਬ੍ਰਹਮ ਨੂੰ ਜਾਣਨ ਵਾਲਾ ਉਹ ਰਿਸ਼ੀ। ਤੋ ਜਦੋਂ ਕਹਿ ਦਿੰਦੇ ਸਨ ਰਾਜ ਰਿਸ਼ੀ, ਅਤੇ ਲੋਕ ਕਹਿੰਦੇ ਸਨ ਵੀ ਇਹ ਰਾਜ ਰਿਸ਼ੀ ਹੀ ਹੈ, ਇਹਨੇ ਬ੍ਰਹਮ ਨੂੰ ਜਾਣਿਆ ਨਹੀਂ। ਅਤੇ ਅੰਦਰੋਂ ਅੰਦਰੋਂ ਈਰਖਾ ਹੋ ਗਈ ਵਸ਼ਿਸ਼ਟ ਦੇ ਨਾਲ ਵਿਸ਼ਵਾਮਿੱਤਰ ਦੀ, ਅਤੇ ਇੰਨੀ ਜ਼ਿਆਦਾ ਈਰਖਾ ਦੇ ਨਾਲ ਭਰ ਗਿਆ ਕਿ ਰਾਤ ਨੂੰ ਕਹਿੰਦੇ ਹਨ ਵੀ ਤਲਵਾਰ ਲੈ ਕੇ ਚਲੇ ਗਿਆ। ਛਤਰੀ ਸੀ, ਛਤਰੀਆਂ ਦਾ ਸੁਭਾਅ। ਆਖਰਕਾਰ ਆ ਗਿਆ ਬਾਹਰ, ਅਤੇ ਵਿਸ਼ਵਾਮਿੱਤਰ ਤਲਵਾਰ ਲੈ ਕੇ ਚਲੇ ਗਿਆ ਵਸ਼ਿਸ਼ਟ ਨੂੰ ਮਾਰਨ ਵਾਸਤੇ। ਅਤੇ ਵਸ਼ਿਸ਼ਟ ਜੀ ਆਪਣੀ ਕੁਟੀਆ ਦੇ ਵਿੱਚ ਸ਼ਾਮ ਦੇ ਵਕਤ ਆਪਣੇ ਕੁਛ ਸ਼ਿਸ਼ਾਂ ਦੇ ਨਾਲ ਬ੍ਰਹਮ ਚਰਚਾ ਕਰ ਰਹੇ ਸਨ। ਉਹ ਕੋਲੇ ਹੀ ਬਿਲਕੁਲ ਪਿਛਲੇ ਪਾਸੇ ਕੋਈ ਬਾੜ ਸੀ, ਉਹਦੇ ਨਾਲ ਲੁੱਕ ਕੇ ਬੈਠ ਗਿਆ ਵੀ ਮੌਕਾ ਆਏ ਤੇ ਅੱਜ ਕੰਮ ਹੀ ਨਿਬੇੜ ਦੇਣਾ, ਫੈਸਲਾ ਹੀ ਕਰ ਦੇਣ, ਛੁੱਟੀ ਕਰ ਦੇਣੀ, ਫਿਰ ਇੱਕੋ ਹੀ ਰਹੇਗਾ। ਤੈਨੂੰ ਤਾਂ ਕਹਿਣਾ ਹੀ ਪਵੇਗਾ ਫਿਰ ਸਾਰਿਆਂ ਨੂੰ, ਕਿਉਂਕਿ ਵਿਸ਼ਿਸ਼ਟ ਕਹਿ ਦੇਵੇ ਫਿਰ ਸਾਰੇ ਹੀ ਕਹਿਣਗੇ ਬ੍ਰਹਮ ਰਿਸ਼ੀ। ਪਰ ਜਿੰਨਾ ਚਿਰ ਵਿਸ਼ਿਸ਼ਟ ਨਹੀਂ ਕਹਿੰਦਾ ਉਹਨਾਂ ਚਿਰ ਹੋਣਾ ਨਹੀਂ, ਅਤੇ ਜਿੰਨਾ ਚਿਰ ਵਿਸ਼ਿਸ਼ਟ ਹੈ ਉਹਨਾਂ ਚਿਰ ਬ੍ਰਹਮ ਰਿਸ਼ੀ ਨਹੀਂ ਬਣ ਸਕਦਾ ਮੈਂ। ਤੋ ਤਲਵਾਰ ਲੈ ਕੇ ਬਿਲਕੁਲ ਪਿੱਛੇ ਬਾੜ ਦੇ ਬੈਠ ਗਿਆ, ਅਤੇ ਬ੍ਰਹਮ ਚਰਚਾ ਦੇ ਵਿੱਚ ਹੀ ਕਿਸੇ ਨੇ ਪੁੱਛ ਲਿਆ, ਸ਼ਿਸ਼ ਨੇ, ਵੀ ਤੁਸੀਂ ਵਿਸ਼ਵਾਮਿੱਤਰ ਨੂੰ ਬ੍ਰਹਮ ਰਿਸ਼ੀ ਕਹਿ ਕਿਉਂ ਨਹੀਂ ਦਿੰਦੇ ਹੋ? ਇਹ ਈਰਖਾ ਦੇ ਵਿੱਚ, ਨਫ਼ਰਤ ਦੇ ਵਿੱਚ ਹੋਰ ਬਹੁਤਿਆਂ ਦਾ ਨੁਕਸਾਨ ਹੁੰਦਾ ਹੈ। ਵੀ ਤੁਸੀਂ ਕਹਿ ਦਿਓ। ਵਿਸ਼ਿਸ਼ਟ ਕਹਿੰਦਾ ਵੀ ਮੈਂ ਕਹਿ ਤੇ ਦੇਵਾਂ, ਪਰ ਉਹਦੀ ਯਾਤਰਾ ਰੁਕ ਜਾਣੀ। ਉਹਦੀ ਯਾਤਰਾ ਰੁਕ ਜਾਣੀ ਹੈ, ਅਤੇ ਮੈਨੂੰ ਵਿਸ਼ਵਾਸ ਹੈ ਵੀ ਉਹ ਕਿਸੇ ਨਾ ਕਿਸੇ ਦਿਨ ਬ੍ਰਹਮ ਰਿਸ਼ੀ ਜ਼ਰੂਰ ਹੋਵੇਗਾ। ਅਤੇ ਮੈਂ ਰੁਕਿਆ ਹਾਂ ਵੀ ਜਦੋਂ ਉਹ ਬ੍ਰਹਮ ਰਿਸ਼ੀ ਹੋ ਗਿਆ ਨਾ, ਉਦੋਂ ਹੀ ਮੈਂ ਬ੍ਰਹਮ ਰਿਸ਼ੀ ਕਹਿ ਦੇਣਾ ਹੈ। ਅਤੇ ਕਹਿੰਦੇ ਇੱਕਦਮ ਵਿਸ਼ਵਾਮਿੱਤਰ ਜਿਹੜਾ ਹੈ ਨਾ, ਉਹ ਬਾੜ 'ਚੋਂ ਨਿਕਲ ਕੇ ਵਿਸ਼ਿਸ਼ਟ ਦੇ ਚਰਨਾਂ 'ਤੇ ਟਹਿ ਪਿਆ। ਕਹਿੰਦਾ ਮੈਨੂੰ ਮਾਫ਼ ਕਰ ਦਿਓ, ਮੈਂ ਤਾਂ ਛੁੱਟਿਆ ਸੀ, ਤੁਸੀਂ ਦੁਸ਼ਮਣ। ਅਤੇ ਚਰਨਾਂ 'ਤੇ ਸਿਰ ਰੱਖ ਕੇ ਤੇ ਰੋਣ ਲੱਗ ਪਿਆ, ਤਾਹਾਂ ਨਿਕਲ ਗਈਆਂ ਵੀ ਮੈਂ ਤਾਂ ਦੁਸ਼ਮਣ ਸਮਝਦਾ ਸੀ, ਇਹ ਤਾਂ ਪਰਮ ਪੁਰਖ ਹਨ, ਮੇਰਾ ਭਲਾ ਸੋਚਦੇ। ਅਤੇ ਕਹਿੰਦੇ ਉਸੇ ਵੇਲੇ ਵਿਸ਼ਿਸ਼ਟ ਨੇ ਵਿਸ਼ਵਾਮਿੱਤਰ ਨੂੰ
ਉਠਾ ਕੇ ਆਪਣੇ ਗਲ ਦੇ ਨਾਲ ਲਾਇਆ, ਕਿਹਾ ਉੱਠ ਬ੍ਰਹਮ ਰਿਸ਼ੀ। ਵਿਸ਼ਵਾਮਿੱਤਰ ਕਹਿਣ ਲੱਗਾ ਵੀ ਹੁਣ ਕਿਉਂ ਕਹਿੰਦੇ ਹੋ ਬ੍ਰਹਮ ਰਿਸ਼ੀ? ਹੁਣ ਨਹੀਂ ਹਾਂ ਮੈਂ ਬ੍ਰਹਮ ਰਿਸ਼ੀ, ਮੈਂ ਤੁਹਾਨੂੰ ਨਹੀਂ ਪਤਾ ਮੈਂ ਤੁਹਾਡੀ ਹੱਤਿਆ ਕਰਨ ਵਾਸਤੇ ਆਇਆ ਸੀ। ਵਿਸ਼ਿਸ਼ਟ ਕਹਿੰਦੇ ਉਹ ਸਮਾਂ ਗਿਆ, ਹੁਣ ਤੂੰ ਬ੍ਰਹਮ ਰਿਸ਼ੀ ਹੋ ਗਿਆ, ਕਿਉਂਕਿ ਹੁਣ ਤੂੰ ਝੁਕ ਗਿਆ ਹੈ। ਝੁਕ ਗਿਆ। ਕਰ ਡੰਡਾਉਤ ਪੁੰਨ ਵੱਡਾ ਹੈ, ਕਰ ਸਾਧੂ ਉਂਜਲੀ ਪੁੰਨ ਵੱਡਾ, ਬੜਾ ਵੱਡਾ ਪੁੰਨ ਝੁਕ ਕੇ। ਤੇ ਜਿਹੜਾ ਦੂਰੋਂ ਵੀ ਝੁਕ ਗਿਆ, ਦੂਰੋਂ ਹੀ ਉਹਨੇ ਸ਼ੁਭ ਦ੍ਰਿਸ਼ਟੀ ਦੇ ਨਾਲ, ਸ਼ੁਭ ਭਾਵ ਦੇ ਨਾਲ ਦੇਖ ਲਏ, ਤੁਹਾਨੂੰ ਦੂਰੋਂ ਹੀ ਦਿਖਾਈ ਦੇ ਜਾਵੇਗਾ। ਤੇ ਗੁਰੂ ਸ਼ਿਸ਼ ਦਾ ਸੰਬੰਧ ਹੈ ਆਂਤਰਿਕ, ਅੰਦਰੋਂ, ਬਾਹਰ ਹੀ ਨਹੀਂ ਹੈ। ਇਸ ਕਰਕੇ ਮੈਂ ਦਿਖਾਵਾ ਜਿਹੜਾ ਹੈ ਉਹ ਬਿਲਕੁਲ ਨਹੀਂ ਕਰਦਾ। ਮੈਂ ਆਪਣੇ ਆਪ ਨੂੰ ਗੁਰੂ ਕਹਾਉਣਾ ਵੀ ਨਹੀਂ ਠੀਕ ਸਮਝਦਾ। ਮੈਂ ਕਹਿੰਦਾ ਕਹਿਣ ਦੀ ਵੀ ਲੋੜ ਨਹੀਂ। ਹੋਣ ਦੀ ਲੋੜ ਹੈ, ਕਹਿਣ ਦੀ ਲੋੜ ਨਹੀਂ ਹੈ। ਨਾ ਹੀ ਬਾਹਰੋਂ ਕੋਈ ਪਰੰਪਰਾ ਨਿਭਾਉਣ ਦੀ ਲੋੜ ਹੈ। ਅੰਦਰੋਂ ਜੋੜਨ ਦੀ ਲੋੜ ਹੈ। ਤੇ ਇਸ ਕਹਾਣੀ ਦੁਆਰਾ ਬਹੁਤ ਹੀ ਪਿਆਰਾ ਸੰਦੇਸ਼ ਮਿਲਦਾ ਹੈ ਵੀ ਜਿਹਦੀ ਹੌਂ ਡਿੱਗ ਪਈ, ਮੈਂ ਡਿੱਗ ਪਈ, ਉਦੋਂ ਹੀ ਉਹਨੇ ਦੇਖਿਆ ਸਾਫ਼ ਸਾਫ਼। ਵਸ਼ਿਸ਼ਟ ਨਾਲ ਵਿਸ਼ਵਾਮਿੱਤਰ ਦਾ ਝੁਕ ਕੇ ਅੰਦਰੋਂ ਸੰਬੰਧ ਬਣ ਗਿਆ, ਕਿਉਂਕਿ ਉਹ ਵੀ ਮਿਟ ਗਿਆ ਤੇ ਉਹਨੇ ਦੇਖਿਆ ਕਿ ਸਾਡੇ 'ਚ ਕੋਈ ਭੇਤ ਨਹੀਂ ਹੈ। ਅਭੇਦ ਤੁਹਾਨੂੰ ਪ੍ਰਾਪਤ ਹੋਇਆ। ਬਸ ਇੰਨਾ ਕੁ ਹੀ ਗੁਰੂ ਤੇ ਸ਼ਿਸ਼ ਦਾ ਸੰਬੰਧ ਹੈ। ਗੁਰੂ ਮਿਟਣ ਦੀ ਕਲਾ ਸਿਖਾਉਂਦਾ ਹੈ, ਗੁਰੂ ਕਹਿ ਲਈਏ ਮਰਨ ਦੀ ਕਲਾ ਸਿਖਾਉਂਦਾ ਹੈ, ਜਿਹਦੇ ਕੋਲ ਤੁਸੀਂ ਆ ਕੇ ਮਿਟ ਸਕਦੇ ਹੋ। ਜਿਹਦੇ ਦੁਆਰਾ ਤੁਸੀਂ ਸ਼ੁੱਧ ਹੋ ਸਕਦੇ ਹੋ, ਸਾਫ਼ ਹੋ ਸਕਦੇ ਹੋ। ਹੁਣ ਤੁਸੀਂ ਸੰਸਾਰ ਨੂੰ ਅਸ਼ੁੱਧ ਦ੍ਰਿਸ਼ਟੀ ਨਾਲ ਦੇਖ ਰਹੇ ਹੋ, ਤੇ ਗੁਰੂ ਨੂੰ ਤੁਸੀਂ ਜਦੋਂ ਸ਼ੁੱਧ ਦ੍ਰਿਸ਼ਟੀ ਦੇ ਨਾਲ ਦੇਖਣ ਲੱਗ ਪਏ ਤੇ ਤੁਸੀਂ ਸ਼ੁੱਧ ਹੁੰਦੇ ਜਾਣਾ ਹੈ। ਤੇ ਜਦੋਂ ਇੱਕ ਨੂੰ ਬਿਲਕੁਲ ਸ਼ੁੱਧ ਦ੍ਰਿਸ਼ਟੀ ਦੇ ਨਾਲ ਦੇਖ ਲਓਗੇ ਤੇ ਤੁਹਾਨੂੰ ਖਿਆਲ ਵਿੱਚ ਆ ਜਾਵੇਗਾ ਉਹ ਸ਼ੁੱਧ ਦ੍ਰਿਸ਼ਟੀ ਦੇ ਨਾਲ ਦੇਖਣ। ਤੇ ਸੋ ਹੀ ਸ਼ੁੱਧ ਦ੍ਰਿਸ਼ਟੀ ਨਾਲ ਤੁਸੀਂ ਸੰਸਾਰ ਨੂੰ ਦੇਖੋਗੇ, ਸੰਸਾਰ ਨਹੀਂ ਨਜ਼ਰ ਆਵੇਗਾ ਤੁਹਾਨੂੰ, ਫਿਰ ਪਰਮਾਤਮਾ ਹੀ ਨਜ਼ਰ ਆਵੇਗਾ। ਕਿਉਂਕਿ ਸ਼ੁੱਧ ਦ੍ਰਿਸ਼ਟੀ ਨਾਲ ਕਹਿ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਾਂ ਸੋਈ। ਜਦੋਂ ਸੰਤੁਸ਼ਟ ਹੋ ਗਏ ਨੈਣ ਤੇ ਸ਼ੁੱਧ ਹੋ ਗਏ। ਜਿੰਨਾ ਚਿਰ ਅਸੰਤੁਸ਼ਟ ਹਨ ਨੈਣ, ਉਹਨਾਂ ਚਿਰ ਅਸ਼ੁੱਧ ਹਨ। ਤੇ ਸੰਤੁਸ਼ਟੀ ਦੀ ਕਲਾ ਸਿਖਾਉਂਦਾ ਹੈ। ਤੇ ਅੰਤਰੀਵ ਸੰਬੰਧ ਹਨ, ਇਹ ਸਾਰੇ ਅੰਤਰੀਵ ਗੁਣ ਹਨ ਤੇ ਅੰਤਰੀਵ ਸੰਬੰਧਾਂ ਨਾਲ ਆਉਣਗੇ। ਇਸ ਕਰਕੇ ਮੈਂ ਬਾਹਰਲੇ ਸੰਬੰਧ ਜਿਹੜੇ ਹਨ ਝੂਠ, ਉਹ ਬਿਲਕੁਲ ਹੀ ਤੋੜਦਾ। ਤੇ ਬਾਹਰੋਂ ਕੋਈ ਵੀ ਪਰੰਪਰਾ ਨਹੀਂ ਨਿਭਾਉਣੀ, ਜ਼ਰੂਰੀ ਨਹੀਂ। ਇਸ ਕਰਕੇ ਮੈਂ ਕੋਈ
ਬਾਹਰੋਂ ਖਾਸ ਮੰਤਰ ਵੀ ਨਹੀਂ ਦਿੰਦਾ। ਇਹ ਅੰਦਰੂਨੀ ਸੰਬੰਧ ਤੁਹਾਡੇ ਵੱਲੋਂ ਹੋਵੇਗਾ, ਇੱਧਰੋਂ ਹੋ ਚੁੱਕਾ ਹੈ। ਸਾਰਿਆਂ ਨੇ ਇੱਕੋ ਜਿਹਾ ਹੀ। ਤੇ ਤੁਸੀਂ ਜਿੰਨਾ ਕਰੋਗੇ, ਜਿਸ ਦ੍ਰਿਸ਼ਟੀ ਨਾਲ ਦੇਖੋਗੇ, ਅਗਰ ਪਰਮਾਤਮਾ ਮਈ ਦ੍ਰਿਸ਼ਟੀ ਨਾਲ ਦੇਖਿਆ ਤੇ ਪਰਮਾਤਮਾ ਨਜ਼ਰ ਆਵੇਗਾ। ਗੁਰੂ ਪਰਮੇਸ਼ਰ ਇੱਕੋ ਜਾਣ ਕਹਿ ਉਠੋਗੇ ਤੁਸੀਂ ਵੀ ਫਰਕ ਨਹੀਂ ਹੈ, ਤੇ ਗੁਰੂ ਵਿੱਚ ਪਰਮਾਤਮਾ ਨਜ਼ਰ ਆ ਗਿਆ ਤੇ ਬਾਕੀ ਸੰਸਾਰ ਵਿੱਚ ਵੀ ਆਵੇਗਾ। ਦੇਖਣ ਦੀ ਕਲਾ ਆ ਜਾਵੇਗੀ। ਦੇਖਣ ਦੀ ਕਲਾ ਦਿੰਦਾ ਹੈ ਗੁਰੂ, ਦ੍ਰਿਸ਼ਟੀ ਦਿੰਦਾ ਹੈ। ਤੇ ਦ੍ਰਿਸ਼ਟੀ ਲਓ, ਸਾਫ ਦ੍ਰਿਸ਼ਟੀ ਦੇ ਨਾਲ ਦੇਖਣਾ ਸ਼ੁਰੂ ਕਰੋ। ਗਹਿਰੀ ਦ੍ਰਿਸ਼ਟੀ ਨਾਲ ਦੇਖਣਾ ਸ਼ੁਰੂ ਕਰੋ। ਭਾਵਨਾ ਦੀ ਦ੍ਰਿਸ਼ਟੀ ਨਾਲ ਦੇਖਣਾ ਸ਼ੁਰੂ ਕਰੋ। ਪਾਓ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਤੇ ਇਹ ਤੁਹਾਡੇ ਵੱਲੋਂ ਹੀ ਹੋਵੇਗਾ ਸੰਬੰਧ। ਇਸ ਕਰਕੇ ਮੈਂ ਅਕਸਰ ਕਹਿੰਦਾ ਹਾਂ ਕਿ ਮੇਰਾ ਸਾਰਿਆਂ ਨੂੰ ਅੰਦਰੋਂ ਹੋ ਚੁੱਕਾ ਹੈ। ਤੁਸੀਂ ਕਰਨਾ ਹੈ। ਤੁਸੀਂ ਜਿੰਨਾ ਹੀ ਅੰਦਰ ਨੂੰ ਜਾਓਗੇ ਗਹਿਰਾਈ 'ਚ, ਤੇ ਜਿੰਨੀ ਭਾਵਨਾ 'ਚ ਉਤਰੋਗੇ ਉਨੀ ਹੀ ਆਪਣੀ ਗਹਿਰਾਈ 'ਚ ਜਾਓਗੇ। ਜਿੰਨੀ ਗਹਿਰਾਈ 'ਚ ਜਾਓਗੇ ਉਨੀ ਗਹਿਰਾਈ 'ਚ ਦੇਖੋਗੇ। ਗਹਿਰਾਈ ਦੁਆਰਾ ਤੁਹਾਨੂੰ ਨਜ਼ਰ ਆਵੇਗਾ। ਉਥਲਾ ਉਥਲਾ ਸੰਸਾਰ ਹੈ, ਗਹਿਰਾ ਗੁਰੂ ਹੈ, ਗਹਿਰਾ ਗੁਰੂ ਹੈ, ਗਹਿਰਾ ਗੁਰੂ।